ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 14ਵੀਂ ਤੇ ਪਦ 7ਵਾਂ ਵਿਚਾਰਨ ਜਾ ਰਹੇ ਹਾਂ। ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਸ ਧਰਤੀ ਉੱਤੇ ਕੋਈ ਵੀ ਇਨਸਾਨ ਇੰਨੀ ਅਕਲ ਦਾ ਮਾਲਕ ਨਹੀਂ ਹੈ ਜਿਹੜਾ ਗੁਰੂ ਦੀ ਰਮਜ ਨੂੰ ਸਮਝ ਸਕੇ ਪੂਰੀ ਤਰ੍ਹਾਂ। ਗੁਰੂ ਅਪਾਰ ਕਿਰਪਾ ਕਰਦਾ ਹੈ ਆਪਣੇ ਸਿੱਖ ਦੇ ਉੱਤੇ, ਵਿਚਾਰ ਲਈ, ਸਮਝਣ ਲਈ, ਸੁਣਨ ਲਈ ਅਤੇ ਬੋਲਣ ਲਈ। ਜਿੰਨੀ ਅਪਾਰ ਕਿਰਪਾ ਗੁਰੂ ਸਾਹਿਬਾਨ ਕਰਦੇ ਹਨ, ਓਨਾ ਹੀ ਪ੍ਰਾਣੀ ਬੋਲਦਾ ਹੈ, ਵਿਚਾਰਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ 24,000 ਅੱਖਰਾਂ ਦੀ ਵਰਤੋਂ ਕੀਤੀ ਹੈ। ਕੱਲਾ ਕੱਲਾ ਅੱਖਰ ਵਡਮੁੱਲਾ ਹੈ, ਅੰਮ੍ਰਿਤ ਰੂਪੀ ਹੈ। ਪਿਆਰੇ ਸਿੱਖ ਨੂੰ ਮਾਇਆ ਦੇ ਭਵਜਲ ਵਿੱਚੋਂ ਕੱਢਣ ਦੇ ਲਈ ਪੂਰਨ ਸਮਰੱਥ ਹੈ। ਦੂਸਰੇ ਪਾਸੇ 24 ਘੰਟੇ ਦਿਨ ਤੇ ਰਾਤ ਅਕਾਲ ਪੁਰਖ ਦੀ ਜੀਵਨ ਦੀ ਲੀਲਾ, ਸਮੇਂ ਦੀ ਸ਼ੁਰੂਆਤ ਛਿਨ ਛਿਨ ਪਲ ਤੋਂ ਸਦੀਆਂ, ਹਜ਼ਾਰਾਂ, ਲੱਖਾਂ, ਕਰੋੜਾਂ ਸਾਲ ਬੀਤ ਜਾਂਦੇ ਹਨ। ਸਮਾਂ ਬਦਲਦਾ ਰਹਿੰਦਾ ਹੈ, ਇਨਸਾਨ ਵੀ ਬਦਲਦਾ ਰਹਿੰਦਾ ਹੈ। ਸਮਾਂ ਵੀ ਨਾਸ਼ ਹੁੰਦਾ ਹੈ, ਇਨਸਾਨ ਦਾ ਵਿਨਾਸ਼ ਹੁੰਦਾ ਹੈ। ਸਮੇਂ ਦੀ ਬਦਲਦੀ ਕਿਰਿਆ ਨੂੰ ਪ੍ਰੀਤਮ ਪਿਆਰੇ ਅਕਾਲ ਦੇ ਨਾਲ, ਵਾਹਿਗੁਰੂ ਦੇ ਨਾਲ ਜੋੜਨ ਦੇ ਲਈ ਸਾਨੂੰ ਬਹੁਤ ਹੀ ਪਿਆਰੀ ਵਿਧੀ ਸਮਝਾਉਂਦੇ ਹਨ ਕਿ ਜਿਹੜਾ ਸਮਾਂ ਬਦਲਦਾ ਹੈ, ਗੁਜ਼ਰਦਾ ਹੈ, ਸਵਾਸ ਆਪਣਾ ਲੇਖੇ ਦੇ ਵਿੱਚ ਤੂੰ ਲਗਾ ਸਕਦਾ। ਪ੍ਰਾਣੀ, ਜਦੋਂ ਸਵਾਸ ਨੂੰ ਤੂੰ ਅੰਦਰ ਖਿੱਚਦਾ ਹੈ ਤਾਂ ਉਹਦਾ ਸ਼ੁਕਰਾਨਾ ਕਰ। ਤੈਨੂੰ ਪਤਾ ਵੀ ਨਹੀਂ ਲੱਗਦਾ ਸਵਾਸ ਕਦੋਂ ਆਉਂਦਾ ਹੈ ਤੇ ਕਦੋਂ ਜਾਂਦਾ ਹੈ। ਤੇਰੀ ਤਾਂ ਇੱਛਾ ਹੀ ਉਸ ਸਵਾਸ ਨੂੰ ਸਫਲ ਬਣਾ ਸਕਦੀ ਹੈ। ਗੁਰੂ ਦੀ ਮਿਹਰ, ਤੇਰੀ ਇੱਛਾ ਤੇਰੇ ਜੀਵਨ ਨੂੰ ਮੋਕਸ਼ ਵਿੱਚ ਲਿਜਾ ਸਕਦੀ ਹੈ। 24,000 ਅੱਖਰ 24 ਘੰਟੇ, ਇੱਕ ਘੰਟੇ ਦੇ ਵਿੱਚ ਔਸਤਾਨਾ ਤੌਰ 'ਤੇ ਇੱਕ ਪ੍ਰਾਣੀ 1,000 ਸਵਾਸ ਲੈਂਦਾ ਹੈ। 8 ਪਹਿਰ ਹਨ, 3 ਘੜੀਆਂ ਦਾ ਮਿਲ ਕੇ ਇੱਕ ਪਹਿਰ ਬਣਦਾ ਹੈ। ਸੱਚੇ ਪਾਤਸ਼ਾਹ ਨੇ ਇੱਕ ਅਸ਼ਟਪਦੀ ਦੇ ਵਿੱਚ 8 ਪਦਾਂ ਦੀ ਸਮਾਲਤਾ ਕੀਤੀ ਹੈ। 8 ਪਦਾਂ ਨੂੰ ਮਿਲ ਕੇ ਇੱਕ ਅਸ਼ਟਪਦੀ ਬਣਦੀ ਹੈ। ਪ੍ਰਾਣੀ ਨੂੰ ਪ੍ਰਭੂ ਦੇ ਨਾਲ ਜੋੜਨ ਦਾ ਇਹ ਵਡਮੁੱਲਾ ਮੌਕਾ ਹੈ। ਇਨਸਾਨ ਦਾ ਜੀਵਨ ਇੱਕ ਬ੍ਰਿਜ ਹੈ, ਇੱਕ ਪੁਲ ਹੈ। ਜਿਹੜੇ ਪੁਲ ਤੋਂ ਪ੍ਰਾਣੀ ਪ੍ਰਭੂ ਵੱਲ ਵੀ ਜਾ ਸਕਦਾ ਹੈ ਤੇ 84 ਲੱਖ ਜੂਨ ਵੱਲ ਵੀ ਮੋੜਾ ਕੱਟ ਸਕਦਾ ਹੈ। ਗੁਰੂ ਦੀ ਮਿਹਰ, ਅਕਾਲ ਪੁਰਖ ਦੀ ਕਿਰਪਾ, ਪ੍ਰਾਣੀ ਦੀ ਇੱਛਾ ਇਸ ਜੀਵਨ ਨੂੰ ਸਫਲ ਕਰ ਸਕਦੀ ਹੈ। ਜਿਹੜੇ ਪ੍ਰਭੂ ਨੂੰ ਧਿਆਉਂਦੇ ਹਨ ਉਹ ਬਹੁਤ ਉੱਚੇ ਇਨਸਾਨ ਹਨ। ਉਹਨਾਂ ਦਾ ਜੀਵਨ ਵਡਮੁੱਲਾ ਹੈ। ਉਹਨਾਂ ਨੇ ਤਾਂ ਪਾਰ ਉਤਰਨਾ ਹੀ ਹੈ, ਪਰ ਬਹੁਤ ਸਾਰੇ ਕਰੋੜਾਂ ਦੀ ਗਿਣਤੀ ਦੇ ਵਿੱਚ ਸਤ ਸੰਗ ਨਾਲ ਮਿਲ ਕੇ ਇਸ ਭਵਜਲ ਸਾਗਰ ਦੇ ਵਿੱਚੋਂ ਪਾਰ ਹੋ ਉਤਰਦੇ ਹਨ। ਜਿਹੜੇ ਨਾਮ ਨੂੰ ਧਿਆਉਂਦੇ ਹਨ, ਜਿਨੀ ਨਾਮ ਧਿਆਇਆ
ਗਏ ਮਸ਼ੱਕਤ ਘਾਲ। ਜਿਨ੍ਹਾਂ ਨੇ ਪ੍ਰਭੂ ਨੂੰ ਯਾਦ ਕੀਤਾ, ਮਿਹਨਤ ਕੀਤੀ ਹੈ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਨੇ ਤਾਂ ਨਾਮ ਧਿਆ ਕੇ ਪ੍ਰਭੂ ਨੂੰ ਪਾ ਹੀ ਲਿਆ ਹੈ। ਉਹਨਾਂ ਦੀ ਮਿਹਨਤ ਤਾਂ ਰਾਸ ਆ ਹੀ ਗਈ ਹੈ। ਪਰ ਉਹਨਾਂ ਦੇ ਨਾਲ ਜਿਹੜੇ ਸਤ ਸੰਗੀ ਜਨ, ਉਹਨਾਂ ਦੀ ਕਿਰਪਾ ਦੇ ਨਾਲ ਹੀ ਉਹ ਵੀ ਤਰ ਗਏ। ਧੰਨ ਧੰਨ ਗੁਰੂ ਅਰਜਨ ਦੇਵ ਜੀ ਪ੍ਰਭੂ ਦੀ ਵਿਸ਼ਾਲਤਾ, ਪ੍ਰਭੂ ਦਾ ਪਸਾਰਾ, ਪ੍ਰਭੂ ਦੀ ਮਹਿਮਾ, ਜਿੱਥੇ ਬਹੁਤ ਹੀ ਪਿਆਰ ਦੇ ਨਾਲ ਉਪਾਸਨਾ ਕਰਦੇ ਹਨ, ਉੱਥੇ ਉਹਨਾਂ ਸੇਵਾ ਜਨਾਂ, ਸੇਵਕ ਜਨਾਂ, ਸਾਧ ਰੂਪੀ ਆਤਮਾਵਾਂ, ਦਰਵੇਸ਼ ਮਲੰਗ ਜੀਵਨ ਵਾਲੇ, ਉਹਨਾਂ ਦੀ ਮਹਿਮਾ ਬਹੁਤ ਹੀ ਨਿਮਰਤਾ ਦੇ ਨਾਲ ਕਰਦੇ ਹਨ ਕਿ ਉਹ ਬੇਸ਼ੱਕ ਇਨਸਾਨ ਦੇ ਜਾਮੇ ਦੇ ਵਿੱਚ ਹਨ, ਪਰ ਉਹ ਜਿਉਂਦੇ ਜੀ ਪ੍ਰਭੂ ਦਾ ਰੂਪ ਬਣ ਚੁੱਕੇ ਹਨ। ਜੇ ਸੰਸਾਰ ਦੀ ਸਾਰੀ ਸੋਭਾ ਉਹਨਾਂ ਨੂੰ ਦਿੱਤੀ ਜਾਵੇ ਤਦ ਵੀ ਉਹ ਥੋੜ੍ਹੀ ਹੈ। ਉਹ ਸੇਵਕ ਜਨ ਮਹਾਨ ਹਨ। ਜਿਨ ਪ੍ਰਭ ਜਾਤਾ ਸੋ ਸੋਭਾਵੰਤ। ਪ੍ਰਭੂ ਨੂੰ ਜਾਣਨੇ ਵਾਲੇ ਕੌਣ ਹਨ? ਸਮਝਣ ਵਾਲੇ ਕੌਣ ਹਨ? ਜਿਨ੍ਹਾਂ ਦੇ ਦਿਲ ਦੇ ਵਿੱਚ ਅਜੇ ਦੋ ਚਿੱਤੀ ਹੈ, ਜਿਨ੍ਹਾਂ ਦੇ ਦਿਲ ਦੇ ਵਿੱਚ ਅਜੇ ਜੇ ਹੈ, ਉਹ ਪ੍ਰਭੂ ਨੂੰ ਸਮਝ ਨਹੀਂ ਸਕੇ। ਜਿਨ੍ਹਾਂ ਨੂੰ ਹਰ ਪਾਸੇ ਉਹ ਨਜ਼ਰ ਆਉਣ ਲੱਗ ਪਿਆ, ਮਨ ਦੇ ਨਾਲ ਉਹਨਾਂ ਨੇ ਸਿਮਰਿਆ ਤੇ ਉਹਨੂੰ ਪਾ ਲਿਆ। ਉਹਨਾਂ ਦੀ ਜਿਹੜੀ ਸੋਭਾ ਸਾਰੇ ਜਗਤ ਦੇ ਉੱਤੇ ਹੁੰਦੀ ਹੈ। ਦੋਨਾਂ ਲੋਕਾਂ ਦੇ ਵਿੱਚ ਉਹਨਾਂ ਦਾ ਸਤਿਕਾਰ ਹੁੰਦਾ ਹੈ। ਸਗਲ ਸੰਸਾਰ ਉਦਰੈ ਤਿੰਨ ਮੰਤ। ਉਹਨਾਂ ਦੇ ਮੰਤਰ ਨਾਲ, ਉਹਨਾਂ ਦੇ ਉਪਦੇਸ਼ ਨਾਲ, ਉਹਨਾਂ ਦੀ ਮੱਤ ਦੇ ਨਾਲ ਸਾਰਾ ਜਹਾਨ ਤਰ ਜਾਂਦਾ ਹੈ, ਬਚ ਜਾਂਦਾ ਹੈ। ਉਹਨਾਂ ਦੀ ਬੇਨਤੀ ਦਰਗਾਹ ਦੇ ਵਿੱਚ ਪ੍ਰਵਾਨ ਹੈ। ਪ੍ਰਭੂ ਦਾ ਸਤਿਕਾਰ ਉਹਨਾਂ ਨੂੰ ਮਿਲਦਾ ਹੈ। ਉਹ ਪ੍ਰਮਾਤਮਾ ਦੇ ਭਗਤ ਹਨ। ਭਗਤਾਂ ਦੀ ਬੇਨਤੀ ਅਕਾਲ ਪੁਰਖ ਠੁਕਰਾ ਨਹੀਂ ਸਕਦਾ। ਸਗਲ ਸੰਸਾਰ ਉਧਰੈ ਤਿੰਨ ਮੰਤ। ਪ੍ਰਭ ਕੇ ਸੇਵਕ ਸਗਲ ਉਦਾਹਰਨ। ਸਗਲ, ਸੱਚੇ ਪਾਤਸ਼ਾਹ ਜਦੋਂ ਸਗਲ ਦੀ ਗੱਲ ਕਰਦੇ ਹੈ ਤਾਂ ਜਿੰਨੇ ਬ੍ਰਹਿਮੰਡ ਹੈ, ਬੇਅੰਤ ਬੇਅੰਤ, ਸਾਰਿਆਂ ਦੀ ਗੱਲ ਕਰਦੇ ਹਨ। ਇਸ ਧਰਤੀ ਦੀ ਹੀ ਨਹੀਂ, ਬੇਅੰਤ ਇਸ ਤਰ੍ਹਾਂ ਦੀ ਧਰਤੀਆਂ ਦੀ ਗੱਲ ਸਗਲ ਸੰਬੋਧਨ ਕਰਕੇ ਕਰਦੇ ਹਨ ਕਿ ਉਹ ਪ੍ਰਭੂ ਦੇ ਪਿਆਰੇ ਇੰਨੇ ਮਹਾਨ ਹੋ ਚੁੱਕੇ ਹਨ। ਉਹਨਾਂ ਉੱਤੇ ਗੁਰੂ ਦੀ ਇੰਨੀ ਕਿਰਪਾ ਹੋ ਚੁੱਕੀ ਹੈ। ਉਹ ਸਮਰੱਥ ਹਨ ਸਾਰੇ ਸਗਲ ਦਾ ਆਧਾਰ ਕਰਨ ਲਈ। ਪ੍ਰਭ ਕੇ ਸੇਵਕ ਦੁਖ ਵਿਸਾਰਨ। ਪ੍ਰਭੂ ਦੇ ਗੁਲਾਮ, ਪ੍ਰਭੂ ਦੇ ਸੇਵਕ ਦੁੱਖ ਤਕਲੀਫ ਦੀ ਬੇਨਤੀ ਪ੍ਰਭੂ ਨੂੰ ਕਰਕੇ ਉਹਦਾ ਨਾਸ਼ ਕਰ ਸਕਦੇ ਹਨ।
ਲੁਕਾਈ ਨੂੰ ਦੁੱਖ ਦੇ ਵਿੱਚੋਂ ਕੱਢ ਸਕਦੇ ਹਨ। ਜੋ ਕੁਝ ਵੀ ਹੋ ਰਿਹਾ ਹੈ ਉਹ ਪ੍ਰਭੂ ਦੀ ਕਿਰਪਾ ਦੇ ਨਾਲ ਹੀ ਹੋ ਰਿਹਾ ਹੈ। ਪ੍ਰਭੂ ਦੇ ਸੇਵਕ ਸਾਧਨਾ ਤੇ ਆਰਾਧਨਾ ਦੇ ਨਾਲ ਵੱਡੀ ਤੋਂ ਵੱਡੀ ਬਿਮਾਰੀ ਦਾ ਇਲਾਜ ਕਰ ਸਕਦੇ ਹਨ। ਆਪ ਮੇਲ ਲੈ ਕਿਰਪਾਲ, ਕਿਉਂਕਿ ਪਰਮੇਸ਼ਰ ਪਿਆਰੇ ਨੇ ਉਹਨਾਂ ਨੂੰ ਚੁਣ ਲਿਆ ਹੈ, ਉਹਨਾਂ ਤੇ ਵਿਸ਼ਵਾਸ ਕਰ ਲਿਆ ਹੈ, ਉਹਨਾਂ ਦੀ ਸ਼ਰਧਾ ਉੱਤੇ ਡੁੱਲ ਪਿਆ। ਜਿਵੇਂ ਧਰੂ ਤੇ ਪ੍ਰਹਲਾਦ ਤੇ ਡੁੱਲਿਆ, ਸਦਰੇ ਕਸਾਈ ਤੇ ਡੁੱਲਿਆ, ਧੰਨੇ ਤੇ ਡੁੱਲਿਆ, ਨਾਮਦੇਵ ਦੇ ਉੱਤੇ ਡੁੱਲਿਆ, ਕਬੀਰ ਦੇ ਉੱਤੇ ਡੁੱਲਿਆ। ਬੇਸ਼ੱਕ ਸੇਵਕਾਂ ਦੇ ਕੋਲ ਪਦਾਰਥ ਨਹੀਂ, ਗਰੀਬ ਹਨ ਲੋਕਾਂ ਦੀ ਨਜ਼ਰਾਂ ਦੇ ਵਿੱਚ, ਪਰ ਪ੍ਰਭੂ ਦੀ ਨਜ਼ਰ ਦੇ ਵਿੱਚ ਉਹ ਮਹਾ ਅਮੀਰ ਹਨ, ਧਨਾਢ ਹਨ, ਇਸ ਜਗਤ ਦੇ ਪਾਤਸ਼ਾਹ ਹਨ। ਪਾਤਸ਼ਾਹਾਂ ਦਾ ਪਾਤਸ਼ਾਹ ਉਹਨਾਂ ਦੇ ਸਿਰ ਦੇ ਉੱਪਰ ਤਾਜ ਰੱਖਦਾ ਹੈ, ਪਿਆਰ ਦਾ ਹੈ, ਸਤਿਕਾਰ ਦਾ ਹੈ। ਲਾਲੋ ਵਰਗੇ ਪਿਆਰਿਆਂ ਨੂੰ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੇ ਟੁੱਟੇ ਹੋਏ ਮੰਜੇ 'ਤੇ ਵਿਸ਼ਰਾਮ ਕਰਕੇ 3 ਦਿਨਾਂ ਦੀ ਬੇਹੀ ਰੋਟੀ ਕੋਦਰੇ ਦੀ ਖਾ ਕੇ ਇਹਨਾਂ ਹੰਕਾਰੀਆਂ, ਨਿੰਦਕਾਂ, ਚੁਗਲਖੋਰਾਂ ਨੂੰ ਦਰਸਾਉਣਾ ਚਾਹੁੰਦੇ ਕਿ ਤੁਸੀਂ ਗਰੀਬ ਹੋ, ਲਾਲੋ ਅਮੀਰ ਹੈ, ਤੁਸੀਂ ਬਹੁਤ ਬਹੁਤ ਗਰੀਬ ਹੋ। ਪ੍ਰਭੂ ਦੇ ਚਰਨਾਂ ਵਿੱਚ ਢਹਿ ਪਵੋ, ਤੁਹਾਡਾ ਪਦਾਰਥ ਨੇ ਫਲ ਹੈ, ਤੁਹਾਡੀ ਇਕੱਠੀ ਕੀਤੀ ਹੋਈ ਦੌਲਤ ਕਿਸੇ ਕੰਮ ਦੀ ਨਹੀਂ, ਕਿਉਂਕਿ ਮੇਰੇ ਪਰਮੇਸ਼ਰ ਪਿਆਰੇ ਨੇ ਕਿਰਪਾ ਕਰਕੇ ਆਪਣੇ ਸੇਵਕ ਜਨਾਂ ਨੂੰ ਨਾਲ ਮੇਲ ਲਿਆ ਹੈ, ਆਪਣੇ ਵਿੱਚ ਅਭੇਦ ਕਰ ਲਿਆ ਹੈ, ਆਪਣਾ ਸਰੂਪ ਉਹਨਾਂ ਨੂੰ ਬਖਸ਼ ਦਿੱਤਾ ਹੈ। ਆਪ ਮੇਲ ਲੈ ਕਿਰਪਾਲ, ਕਿਰਪਾ ਨਿਧਾਨ, ਗੁਰ ਕਾ ਸ਼ਬਦ ਜਪ ਭੈ ਨਿਹਾਲ, ਨਿਹਾਲ ਆਨੰਦ। ਕੀ ਟਰਾਂਸਲੇਸ਼ਨ ਕਰੋਗੇ ਇਹਨਾਂ ਸ਼ਬਦਾਂ ਦੀ? ਮਾਂ ਬੋਲੀ ਪੰਜਾਬੀ ਮਹਾਨ ਹੈ, ਗੁਰੂ ਦੇ ਮੁਖੋਂ ਉਚਾਰੀ ਹੋਈ ਬੋਲੀ ਬਹੁਤ ਮਹਾਨ ਹੈ। ਨਿਹਾਲ ਉਹ ਨਸ਼ਾ, ਉਹ ਖੁਮਾਰੀ ਜਿਹੜੀ ਅਕਾਲ ਪੁਰਖ ਮਾਣਦਾ ਹੈ, ਜਿਹੜੀ ਪ੍ਰਭੂ ਨੂੰ ਭਾਉਂਦੀ ਹੈ। ਉਹ ਸਾਜ, ਉਹ ਬੀਨਾ, ਅਨਹੱਤਾ ਸ਼ਬਦ ਬਜੰਤ ਭੇਰੀ ਬਾਲੀਆਂ, ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਪਸੰਦ ਕਰਦਾ ਹੈ, ਉਹ ਆਪਣੇ ਭਗਤਾਂ ਨੂੰ ਵੀ ਸੁਣਾਉਂਦਾ ਹੈ। ਭਗਤਾਂ ਉੱਤੇ ਬਖਸ਼ਿਸ਼ ਕਰਕੇ ਉਹਨਾਂ ਨੂੰ ਦੁਨੀਆ ਦੇ ਸ਼ੋਰ ਤੋਂ ਬਚਾ ਲੈਂਦਾ ਹੈ, ਮਾਇਆ ਦੇ ਘੋਰ ਤੋਂ ਬਚਾ ਲੈਂਦਾ ਹੈ, ਤੇ ਰੂਹਾਨੀ ਸਾਜ਼ਾਂ ਦੀ ਸੁਣਾਈ ਦੇਣ ਦੇ ਲਈ ਉਹਨਾਂ ਉੱਤੇ ਅਪਾਰ ਕਿਰਪਾ ਬਖਸ਼ ਦਿੰਦਾ ਹੈ। ਉਸ ਸ਼ਬਦ ਨੂੰ ਸੁਣ ਕੇ ਪਿਆਰੇ ਪ੍ਰਭੂ ਦੇ ਮਤਵਾਲੇ ਮਹਾਂ ਨਿਹਾਲ ਹੋ ਜਾਂਦੇ ਹਨ।
ਉਹਦੀ ਉਚਾਰਨ, ਗੁਰਬਾਣੀ ਦਾ ਉਚਾਰਨ, ਕੀਰਤਨ ਗਾਇਨ ਕਰਕੇ, ਕੀਰਤਨ ਸੁਣ ਕੇ ਉਹਨਾਂ ਨੂੰ ਇਸ ਤਰ੍ਹਾਂ ਦੀ ਖੁਮਾਰੀ ਚੜ੍ਹ ਜਾਂਦੀ ਹੈ ਜਿਹੜੀ ਦੁਨੀਆ ਦੇ ਵਿੱਚ ਨਹੀਂ ਮਿਲਦੀ। ਉਨਕੀ ਸੇਵਾ ਸੋਈ ਲਾਗੇ, ਜਿਸਨੂੰ ਕਿਰਪਾ ਕਰੇ ਵਡਭਾਗੈ। ਕੇਵਲ ਉਹੀ ਚੰਗਾ ਕਰਮਾਂ ਵਾਲਾ ਬੰਦਾ ਉਹਨਾਂ ਦੀ ਟਹਿਲ, ਉਹਨਾਂ ਦੀ ਸੇਵਾ ਦੇ ਵਿੱਚ ਜੁੜਦਾ ਹੈ ਜਿਸ ਉੱਤੇ ਅਕਾਲ ਪੁਰਖ ਦੀ ਮਿਹਰ ਹੋਵੇ। ਉਨਕੀ ਸੇਵਾ ਸੋਈ ਬਿਰਲਾ ਬਿਰਲਾ ਕਰਮਾਂ ਵਾਲਾ, ਭਾਗਾਂ ਵਾਲਾ। ਸੋਈ ਲਾਗੇ, ਜਿਹਦੇ ਉੱਤੇ, ਜਿਸ ਨੂੰ ਕਿਰਪਾ, ਜਿਹਦੇ ਉੱਤੇ ਅਪਾਰ ਮਿਹਰ, ਦਿਆਲੂ ਕਿਰਪਾਲੂ ਪ੍ਰਭੂ ਕਰਦਾ ਹੈ। ਜਿਸ ਨੂੰ ਕਿਰਪਾ ਕਰੇ ਵਡਭਾਗੈ। ਉਹ ਭਾਗਾਂ ਵਾਲੇ ਹਨ, ਉਹ ਕਰਮਾਂ ਵਾਲੇ ਹਨ ਸੇਵਕ ਜਨ, ਜਿਨ੍ਹਾਂ ਉੱਤੇ ਪ੍ਰੀਤਮ ਪਿਆਰੇ ਨੇ ਕਿਰਪਾ ਕੀਤੀ ਹੈ। ਨਾਮ ਜਪਤ ਪਾਵੇ ਵਿਸ਼ਰਾਮ, ਪ੍ਰਭੂ ਦਾ ਨਾਮ ਜਪ ਕੇ ਆਰਾਮ ਮਿਲਦਾ ਹੈ, ਵਿਸ਼ਰਾਮ ਪਾਉਂਦੇ ਹਨ। ਨਾਨਕ ਤਿੰਨ ਪੁਰਖ ਕੋ ਊਤਮ ਕਰ ਮਾਨ। ਹੇ ਨਾਨਕ, ਉਹਨਾਂ ਪੁਰਸ਼ਾਂ ਨੂੰ ਸ੍ਰੇਸ਼ਟ ਕਰਕੇ ਜਾਣ ਲੈ, ਸ੍ਰੇਸ਼ਟ ਕਰਕੇ ਸਮਝ ਲੈ, ਕਿਉਂਕਿ ਉਹ ਮਹਾਨ ਹਨ। ਉਹਨਾਂ ਉੱਤੇ ਪ੍ਰੀਤਮ ਪਿਆਰੇ ਨੇ ਕਿਰਪਾ ਕੀਤੀ ਹੈ, ਉਹਨਾਂ ਨੂੰ ਮਾਣ ਬਖਸ਼ਿਆ ਹੈ, ਕਿਉਂਕਿ ਉਹਨਾਂ ਨੇ ਹਿੰਮਤ ਕੀਤੀ ਹੈ। ਸਗਲ ਦਵਾਰ ਨੂੰ ਛੱਡ ਕੇ ਉਹ ਪ੍ਰੀਤਮ ਪਿਆਰੇ ਦੇ ਦਰਵਾਜ਼ੇ 'ਤੇ ਦਸਤਕ ਦਿੰਦੇ ਹਨ। ਉਹ ਭਾਗਾਂ ਵਾਲੇ, ਕਰਮਾਂ ਵਾਲੇ। ਗੁਰੂ ਪਿਆਰਿਓ, ਗੁਰਬਾਣੀ ਦੇ ਵਿੱਚ ਜਿਸ ਤਰ੍ਹਾਂ ਪ੍ਰਭੂ ਦੀ ਸਿਫਤ ਸਲਾਹ ਕੀਤੀ ਗਈ ਹੈ, ਪ੍ਰਭੂ ਸਾਰੇ ਸੰਸਾਰ ਦੇ ਗੁਣਾਂ ਦਾ ਮਾਲਕ ਹੈ, ਨਿਮਰਤਾਵਾਨ ਹੈ, ਕਿਰਪਾਲੂ ਹੈ, ਦਿਆਲੂ ਹੈ, ਮਿਹਰਬਾਨ ਹੈ। ਉਸੇ ਤਰ੍ਹਾਂ ਜਿਹੜੇ ਉਹਦਾ ਨਾਂ ਧਿਆਉਂਦੇ ਹਨ, ਨਾਂ ਸਿਮਰਦੇ ਹਨ, ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਵਿਸ਼ੇਸ਼ ਦਰਜੇ ਦੇ ਨਾਲ ਸ਼ਲਾਘਾ ਕੀਤੀ ਹੈ ਕਿ ਉਹਨਾਂ ਦੇ ਭਾਗ ਵੱਡੇ ਹਨ। ਉਹਨਾਂ ਦੇ ਮੂੰਹ ਦੇ ਵਿੱਚੋਂ ਬਖਾਰ ਬਿੰਦ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਪੂਰਨ ਹੁੰਦੇ ਹਨ। ਗੁਰੂ ਦੀ ਕਿਰਪਾ, ਅਕਾਲ ਦੀ ਮਿਹਰਬਾਨੀ ਦੇ ਨਾਲ ਉਹ ਤਰ ਗਏ। ਸੱਚੇ ਪਾਤਸ਼ਾਹ ਬਲਿਹਾਰੇ ਜਾਣ ਦੀ ਗੱਲ ਕਰਦੇ ਹਨ ਕਿ ਮੈਂ ਉਹਨਾਂ ਲਈ ਮਰ ਮਿਟ ਜਾਵਾਂ, ਬਲਿਹਾਰੇ ਜਾਵਾਂ, ਉਹਨਾਂ ਦੇ ਚਰਨਾਂ ਦੀ ਧੂੜ ਧੋਏ ਧੋਏ ਕੇ ਪੀਵਾਂ, ਜਿਨ੍ਹਾਂ ਨੇ ਮੇਰੇ ਪਿਆਰੇ ਅਕਾਲ ਪੁਰਖ ਨੂੰ ਦੇਖ ਲਿਆ, ਡਿੱਠਾ। ਉਹ ਮਹਾਨ ਹਨ ਅੱਖਾਂ, ਉਹ ਮਹਾਨ ਹਨ ਕੰਨ, ਜਿਨ੍ਹਾਂ ਨੇ ਦੇਖਿਆ ਤੇ ਸੁਣਿਆ, ਵੇਖਿਆ ਮੇਰਾ ਪ੍ਰੀਤਮ ਪਿਆਰਾ। ਹੁਣ ਉਹ ਦੁਨੀਆ ਦੇ ਵਿੱਚ ਖਜ਼ਾਨਾ ਵੰਡਦੇ ਹਨ ਪ੍ਰੀਤਮ ਪਿਆਰੇ ਦਾ। ਉਹਨਾਂ ਦੀਆਂ ਤਮਾਮ ਸੇਵਾਵਾਂ ਸਮਰਪਣ ਹਨ ਮਨੁੱਖਤਾ ਦੇ ਲਈ। ਜਦੋਂ ਵੀ
ਉਹਨਾਂ ਦੇ ਮੂੰਹ ਦੇ ਵਿੱਚੋਂ ਸ਼ਬਦ ਨਿਕਲਦਾ ਹੈ ਭਲੇ ਦਾ ਹੀ ਨਿਕਲਦਾ ਹੈ। ਉਹਨਾਂ ਦਾ ਵੀ ਭਲਾ ਜਿਹੜੇ ਦਿਨ ਰਾਤ ਉਹਨਾਂ ਦੀ ਨਿੰਦਿਆ ਚੁਗਲੀ ਕਰਦੇ ਹਨ, ਦੇਣ ਦੀ ਹੀ ਗੱਲ ਕਰਦੇ ਹਨ, ਕੋਈ ਅਹਿਸਾਨ ਦੀ ਨਹੀਂ, ਕਿਰਪਾ ਦੀ ਹੀ ਗੱਲ ਕਰਦੇ ਹਨ, ਕੋਈ ਬਦਲਾਖੋਰੀ ਦੀ ਨਹੀਂ। ਇਹੀ ਫਰਕ ਹੈ ਗੁਰੂ ਪਿਆਰਿਓ ਉਹਨਾਂ ਸੇਵਕ ਜਨਾਂ ਉੱਤੇ ਸੱਚੇ ਪਾਤਸ਼ਾਹ ਕੁਰਬਾਨ ਹੁੰਦੇ ਹਨ। ਜਿੱਥੇ ਨਿੰਦਕਾਂ ਚੁਗਲਖੋਰਾਂ ਦਾ ਖੰਡਨ ਕੀਤਾ ਹੈ, ਉੱਥੇ ਗੁਰੂ ਦੇ ਪਿਆਰਿਆਂ ਦੀ ਸਿਫਤ ਸਲਾਹ ਵੀ ਬਹੁਤ ਕੀਤੀ ਹੈ ਕਿ ਅਕਾਲ ਵੱਲੋਂ ਪ੍ਰਭੂ ਵੱਲੋਂ ਉਹਨਾਂ ਨੂੰ ਅਸ਼ੀਰਵਾਦ ਪ੍ਰਾਪਤ ਹੈ। ਉਹ ਹਰ ਬਿਮਾਰੀ ਦਾ ਇਲਾਜ ਕਰਨ ਦੇ ਸਮਰੱਥ ਹਨ, ਕਿਉਂਕਿ ਪ੍ਰਭੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ। ਜਿਵੇਂ ਇੱਕ ਬੂੰਦ ਦੀ ਕੀ ਖਾਸੀਅਤ ਹੈ ਵਿਚਾਰੀ ਦੀ। ਛੋਟੀ ਜਿਹੀ ਪਾਣੀ ਦੀ ਬੂੰਦ, ਪਰ ਜਦੋਂ ਪ੍ਰੀਤਮ ਪਿਆਰੇ ਸਾਗਰ ਨੇ ਆਪਣੀ ਕਿਰਪਾ ਨਾਲ ਉਹਨੂੰ ਐਕਸੈਪਟ ਕਰ ਲਿਆ ਤਾਂ ਉਹ ਮੁੜ ਕੇ ਬੂੰਦ ਨਹੀਂ ਕਹਾਉਂਦੀ। ਚਾਹੇ ਥੋੜ੍ਹੀ ਜਿੰਨੀ ਹੀ ਹੈ, ਪਰ ਉਹਦਾ ਨਾਂ ਬੂੰਦ ਤੋਂ ਸਾਗਰ ਬਣ ਗਿਆ। ਇਸੇ ਤਰ੍ਹਾਂ ਸੇਵਕ ਤੋਂ ਪਰਮਾਤਮਾ ਦਾ ਰੂਪ ਬਣ ਗਿਆ। ਉਹਦੀ ਅਪਾਰ ਕਿਰਪਾ ਦੇ ਨਾਲ ਜਿਵੇਂ ਸਾਗਰ ਨੇ ਮਿਹਰ ਕਰਕੇ ਬੂੰਦ ਨੂੰ ਐਕਸੈਪਟ ਕਰ ਲਿਆ, ਇਸੇ ਤਰ੍ਹਾਂ ਪ੍ਰੀਤਮ ਪਿਆਰੇ ਨੇ ਆਪਣੇ ਜਨ ਨੂੰ, ਆਪਣੇ ਸੇਵਕ ਨੂੰ ਐਕਸੈਪਟ ਕਰ ਲਿਆ, ਆਪਣਾ ਬਣਾ ਲਿਆ। ਉਹਨਾਂ ਨੇ ਆਰਾਧਨਾ ਕਰਕੇ, ਗੁਰੂ ਦੇ ਸ਼ਬਦ ਨੂੰ ਗਾ ਕੇ ਗੁਰੂ ਦੀ ਮਿਹਰਬਾਨੀ ਪ੍ਰਾਪਤ ਕਰ ਲਈ। ਵਡਭਾਗਾਂ ਵਾਲੇ ਬਣ ਗਏ। ਅਪਾਰ ਕਿਰਪਾ ਦੇ ਨਾਲ ਸੇਵਾ ਕਰਕੇ ਉਸ ਦਾਤੇ ਨੂੰ ਪਾ ਲਿਆ। ਉਹਨਾਂ ਦੀ ਸੇਵਾ ਸਫਲ ਹੋ ਗਈ। ਜਨਮ ਮਰਨ ਦੇ ਚੱਕਰ 'ਚੋਂ ਨਿਕਲ ਗਏ। ਹੁਣ ਉਹ ਆਰਾਮ ਹੀ ਕਰਦੇ ਹਨ, ਵਿਸ਼ਰਾਮ। ਉਹਨਾਂ ਦਾ ਦਰਜਾ ਪ੍ਰਭੂ ਦੀ ਦਰਗਾਹ ਦੇ ਵਿੱਚ ਬਹੁਤ ਉੱਚਾ ਹੋ ਗਿਆ, ਜਿੱਥੇ ਛਲ ਤੇ ਕਪਟ ਦਾ ਕੋਈ ਨਾਮ ਹੀ ਨਹੀਂ। ਧੰਨ ਧੰਨ ਗੁਰੂ ਨਾਨਕ ਦੇਵ ਜੀ ਉਹਨਾਂ ਤੋਂ ਕੁਰਬਾਨ ਜਾਂਦੇ ਹਨ, ਕਿਉਂਕਿ ਅਕਾਲ ਪੁਰਖ ਦਾ ਰੂਪ ਹੀ ਹਨ। ਨਾਨਕ ਤਿੰਨ ਪੁਰਖ ਕੋ ਊਤਮ ਕਰ ਮਾਨ। ਐ ਪ੍ਰਾਣੀ, ਉਹਨਾਂ ਨੂੰ ਤੂੰ ਆਮ ਜੇ ਪੁਰਸ਼ ਨਾ ਮੰਨ। ਤੂੰ ਉਹਨਾਂ ਨੂੰ ਪਰਮਾਤਮਾ ਕਰਕੇ ਹੀ ਜਾਣ। ਉਹਨਾਂ ਨੂੰ ਵਿਸ਼ੇਸ਼ ਪਦਵੀ ਪ੍ਰਾਪਤ ਹੋ ਚੁੱਕੀ ਹੈ। ਗੁਰੂ ਪਿਆਰਿਓ, ਆਪਾਂ ਇਸੇ ਹੀ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰੀਏ, ਜਿਨ ਪ੍ਰਭ ਜਾਤਾ ਸੋ ਸੋਭਾ ਬੰਤ। ਰਿਸਪੈਕਟਡ ਪੀਪਲ, dignity people, high level, high status people are those who already know who's a God, who's a creator, who is a master,
they have all the respect of the world. Sagal sansar udre tin mant. The whole universe, the whole world is saved by their wisdom, by their instruction. They can do the welfare of the whole humankind. They can save the errors of human being. प्रभ के सेवक सगल उदाहरण. They have the capacity. Slave of Lord have the capacity to save all, liberate everybody. They got grace of the Lord. God became happy on their loyalty, on their obedience, so they can save any pain. प्रभ के सेवक दुख बसारन. They can remove all the pain of the human beings by associating with the slaves of Lord. Calamity is forgotten. Ape mel lai kirpal. The merciful Master unites them with himself. He makes them a part of himself. He gave them the designation like himself. Guru ka shabd jap bhai nihal. By uttering, by reciting the Guru's hymns, they became jubilant. They became great. They became successful. Maybe they are poor in the world's eyes. Materialistic humans don't treat them right. They think they are low grade. They don't understand them. They don't have a wisdom to understand Guru's sevak, Guru's slaves. So they can say whatever they want to say. Like some person suffering from a brain damage, he can utter anything he wants, not make any sense. Same way critics of Guru's slaves, they say whatever they want to say, that don't mean anything. Because the merciful Master got happy on them and unites themselves with himself. Guru ka shabd jap bhai nihal. They became so jubilant reciting Guru's shabd. Unki seva soi lagੈ. Jisno kirpa kare bad bhagੈ. Only that fortunate man applies himself to their service, to whom God shows mercy. Nanak japt pave bishram. They who utter the name obtain rest. Khamari, everlasting enjoyment. Nanak tin purkh ko utam kar maan. Nanak deem those persons as noble. They deserve the respect of the universe, of the world. Their status is very, very high. Guru Pyareo, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਬਾਣੀ ਦੇ ਵਿੱਚ ਸਿੱਧੀ ਗੁਰੂ ਜਨ, ਗੁਰੂ ਸੇਵਕ,
ਅਕਾਲ ਪੁਰਖ ਦੀ ਸਾਨੂੰ ਗੱਲ ਸਮਝਾਈ ਹੈ, ਕੋਈ ਮਿਡਲ ਮੈਨ ਦਾ ਨਾਂ ਨਹੀਂ ਲਿਆ। ਗੁਰੂ ਕੌਣ ਹੈ? ਜਿਹਨੇ ਪ੍ਰਭੂ ਨੂੰ ਪਾ ਲਿਆ, ਜਿਹੜਾ ਪ੍ਰਭੂ ਦਾ ਰੂਪ ਬਣ ਗਿਆ। ਪ੍ਰਭੂ ਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ। ਜਿਹੜਾ ਗੁਰੂ ਆਪਣੇ ਪਿਆਰਿਆਂ ਨੂੰ ਤਾਰਦਾ ਬਿਨਾਂ ਕਿਸੇ ਖੁਦਗਰਜੀ ਤੋਂ, ਬਿਨਾਂ ਕਿਸੇ ਲਾਲਚ ਤੋਂ। ਉਹ ਲਾਲਚ ਕਈ ਤਰ੍ਹਾਂ ਦਾ ਹੋ ਸਕਦਾ ਹੈ। ਮਾਇਆ ਦਾ ਲਾਲਚ, ਸੋਭਾ ਦਾ ਲਾਲਚ, ਕੰਮ ਦਾ ਲਾਲਚ, ਜਿਹੜਾ ਉਹਨਾਂ ਦੇ ਸੇਵਕਾਂ ਦੇ ਤਨ ਮਨ ਧਨ ਦੇ ਨਾਲ ਸੰਬੰਧ ਨਾ ਰੱਖਦਾ ਹੋਵੇ, ਉਹਨਾਂ ਦੇ ਸ਼ੋਸ਼ਣ ਬਾਰੇ ਨਾ ਸੋਚਦਾ ਹੋਵੇ, ਉਹ ਗੁਰੂ ਸਮਰੱਥ ਹੈ। ਉਹ ਅਕਾਲ ਪੁਰਖ ਦਾ ਰੂਪ ਹੈ, ਜਿਹੜਾ ਬਿਨਾਂ ਕਿਸੇ ਲਾਲਚ, ਬਿਨਾਂ ਕਿਸੇ ਗਰੀਡ ਤੋਂ ਆਪਣੇ ਸੇਵਕਾਂ ਦੀ ਪਾਰ ਤਾਰਨ ਦੀ ਵਿਧੀ ਸਮਝਾਉਂਦਾ ਹੈ। ਅੱਜ ਦੇ ਯੁੱਗ ਦੇ ਵਿੱਚ ਜਿੱਥੇ ਸੰਤ ਹਨ, ਉੱਥੇ ਅਸੰਤ ਹਨ। ਜੇ ਇੱਕ ਸੰਤ ਹੈ ਤਾਂ 99 ਅਸੰਤ ਹਨ। ਜਿਹੜੇ ਲੱਗਦੇ ਉਸ ਤਰ੍ਹਾਂ ਦੇ ਹੀ ਹਨ, ਸਗੋਂ ਜ਼ਿਆਦਾ ਪੌਲਿਸ਼, ਜ਼ਿਆਦਾ ਸੋਹਣੇ ਬਣ ਕੇ ਬੈਠੇ ਹਨ। ਆਮ ਭਗਤ ਜਨ ਮਾਰ ਖਾ ਜਾਂਦਾ ਹੈ ਚੋਣ ਦੇ ਵਿੱਚ। ਉਹਨਾਂ ਨੂੰ ਚੁਣਨ ਦੇ ਵਿੱਚ ਗਲਤੀ ਕਰ ਬੈਠਦਾ ਹੈ। ਗਲਤ ਚੋਣ ਕਰਕੇ ਆਪਣਾ ਜੀਵਨ ਉਹਨਾਂ ਦੇ ਲੇਖੇ ਲਾ ਦਿੰਦਾ ਹੈ, ਜਿਨ੍ਹਾਂ ਦਾ ਸਾਰਾ ਕੁਝ ਸਵਾਰਥ ਉੱਤੇ ਟਿਕਿਆ ਹੋਇਆ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਮਹਾ ਹਤਿਆਰੇ, ਨਿੰਦਕ, ਚੁਗਲਖੋਰ, ਪਰਮੇਸ਼ਰ ਮਾਰੇ ਕਰਕੇ ਸੰਬੋਧਨ ਕੀਤਾ ਹੈ। ਜਿਹੜੇ ਭੋਲੇ ਭਾਲੇ ਲੋਕਾਂ ਨੂੰ ਲੁੱਟਦੇ ਹਨ, ਸੱਚੇ ਪਾਤਸ਼ਾਹ ਨੇ ਗੁਰਬਾਣੀ ਨੂੰ ਹੋਲੀ ਸਕ੍ਰਿਪਟ ਦੇ ਵਿੱਚ ਸੰਪਾਦਨਾ ਕਰਕੇ ਲੋਕਾਈ ਨੂੰ ਇਹਨਾਂ ਲੁੱਟ ਵਾਲੇ ਲੋਕਾਂ ਤੋਂ ਮੁਕਤ ਕੀਤਾ ਹੈ। ਹਰ ਕੋਈ ਸੁਣ ਸਕਦਾ ਹੈ, ਪੜ੍ਹ ਸਕਦਾ ਹੈ, ਵਿਚਾਰ ਕਰ ਸਕਦਾ ਹੈ, ਬਿਨਾਂ ਕਿਸੇ ਸਿਫਾਰਿਸ਼ ਤੋਂ। ਉਹੀ ਦਰਜਾ ਪ੍ਰਾਪਤ ਕਰ ਸਕਦਾ ਹੈ ਜਿਹੜੇ ਦਰਜੇ ਦੀ ਸੱਚੇ ਪਾਤਸ਼ਾਹ ਸੁਖਮਣੀ ਸਾਹਿਬ ਦੇ ਵਿੱਚ ਗੱਲ ਕਰ ਰਹੇ ਹਨ। ਉਹ ਸੋਭਾ, ਮਾਣ, ਸਤਿਕਾਰ ਪ੍ਰਾਪਤ ਕਰ ਸਕਦਾ ਹੈ। ਹਰ ਕਿਸੇ ਨੂੰ ਹੱਕ ਹੈ ਗੁਰੂ ਦੀ ਸੇਵਾ ਕਰਨ ਦਾ। ਗੁਰੂ ਨੂੰ ਪੈਸੇ ਦੀ ਲੋੜ ਨਹੀਂ ਹੈ, ਗੁਰੂ ਨੂੰ ਪਦਾਰਥ ਨਹੀਂ ਚਾਹੀਦਾ, ਗੁਰੂ ਨੂੰ ਵੱਡੇ ਵੱਡੇ ਸਥਾਨਾਂ ਦੀ ਲੋੜ ਨਹੀਂ ਹੈ। ਗੁਰੂ ਨੂੰ ਤਾਂ ਮਨ ਦੀ ਲੋੜ ਹੈ, ਪਿਆਰ ਦੀ ਲੋੜ ਹੈ, ਸਿਦਕ ਦੀ ਲੋੜ ਹੈ, ਕਿਉਂਕਿ ਉਹਨਾਂ ਨੂੰ ਉਹਨੇ ਦੇਣਾ ਹੈ ਤੇ ਦੇਣਾ ਵੰਡਣ ਲਈ ਹੈ। ਸਗਲ ਦਾ ਆਧਾਰ ਕਰਨ ਦੇ ਲਈ ਉਹਨਾਂ ਨੇ ਗੁਰੂ ਦੇ ਸਿਪਾਹੀ ਬਣਨਾ ਹੈ। ਸੇਵਕਾਂ ਨੇ ਸੱਚੇ ਦਿਲੋਂ ਲਕਾਈ ਦੀ ਸਹਾਇਤਾ ਕਰਦੀ ਹੈ। ਉਸ ਦਰਜੇ ਦੇ ਲਈ ਉਹਨਾਂ ਦੀ ਭਾਵਨਾ ਹੀ ਬਹੁਤ ਹੈ ਗੁਰੂ ਦੇ ਲਈ। ਇਸ ਯੁੱਗ ਦੇ ਵਿੱਚ ਜਿੱਥੇ ਪਦਾਰਥ ਪ੍ਰਧਾਨ ਬਣ ਗਿਆ ਹੈ, ਧਰਮ ਨੂੰ ਇੱਕ ਵਪਾਰਕ
ਤਰੀਕਿਆਂ ਦੇ ਨਾਲ ਚਲਾਇਆ ਜਾਂਦਾ ਹੈ, ਉੱਥੇ ਜ਼ਿਆਦਾ ਦਿਮਾਗ ਦੀ ਗੱਲ ਹੁੰਦੀ ਹੈ, ਪ੍ਰੋਫਿਟ ਤੇ ਲਾਸ ਦੀ। ਗੁਰੂ ਸਾਹਿਬਾਨ ਨੇ ਕਦੇ ਵੀ ਇਸ ਤਰ੍ਹਾਂ ਦੀ ਥਿਊਰੀ ਦੀ ਸਪੋਰਟ ਨਹੀਂ ਕੀਤੀ। ਜੇ ਕੋਈ ਵੱਡਾ ਰਾਜਾ ਆ ਕੇ ਹੈਂਕੜ ਦੇ ਨਾਲ ਇਹ ਕਹਿ ਬੈਠਾ, ਚਾਹੇ ਬਾਅਦ ਦੇ ਵਿੱਚ ਉਹ ਪਛਤਾਇਆ ਹੀ ਕਿ ਮੈਂ ਸਮਰੱਥ ਹਾਂ, ਦੱਸੋ ਕਿੰਨੀ ਜ਼ਮੀਨ ਮੈਂ ਦੇ ਦੇਵਾਂ, ਕਿੰਨੇ ਗੱਡਿਆਂ ਦੇ ਗੱਡੇ ਅਨਾਜ ਮੈਂ ਭਜਵਾ ਦੇਵਾਂ, ਗੁਰੂ ਸਾਹਿਬਾਨ ਨੇ ਇਹ ਐਕਸੈਪਟ ਨਹੀਂ ਕੀਤਾ। ਉਹਨਾਂ ਨੇ ਜਨ ਸੇਵਕ ਭਗਤ, ਉਹਨਾਂ ਦੀ ਪੂੰਜੀ ਥੋੜ੍ਹੀ ਥੋੜ੍ਹੀ ਦਾਨ ਵਾਲੀ, ਸ਼ਰਧਾ ਵਾਲੀ, ਭਾਵਨਾ ਵਾਲੀ ਐਕਸੈਪਟ ਕੀਤੀ ਹੈ, ਅਤੇ ਨਾਲ ਹੀ ਉਹਨਾਂ ਦੇ ਬੈਠ ਕੇ ਉਹਨਾਂ ਦਾ ਹਿੱਸਾ ਬਣ ਕੇ ਪਕਾਇਆ, ਵਰਤਾਇਆ ਅਤੇ ਖਾਇਆ। ਉਹਨਾਂ ਭਗਤਾਂ ਦਾ ਰੂਪ ਬਣ ਕੇ ਹੀ ਗੁਰੂ ਪਿਆਰਿਓ, ਜਿਹੜਾ ਵਿਚਕਾਰ ਪੁਜਾਰੀ ਤਬਕਾ ਬਣ ਕੇ ਲੋਕਾਂ ਨੂੰ ਲੁੱਟ ਰਿਹਾ, ਇਸੇ ਕਰਕੇ ਅਸੀਂ ਉਹ ਸੰਦੇਸ਼ ਜਿਹੜਾ ਦੁਨੀਆ ਨੂੰ ਦੇਣਾ, ਗੁਰੂ ਨਾਨਕ ਦੇਵ ਦੀ ਥਿਊਰੀ 13-13 ਵਾਲੀ, ਉਹਦੇ ਵਿੱਚ ਬੇਸ਼ੱਕ ਅਵੇਸਲੇ ਹੋਏ ਹਾਂ, ਪਰ ਜਿਹੜੀ ਡੈਫੀਨੇਸ਼ਨ, ਜਿਹੜਾ ਸਿਧਾਂਤ ਗੁਰੂ ਨੇ ਦਿੱਤਾ ਹੈ, ਬਖਸ਼ਿਆ ਹੈ, ਮਿਹਰ ਕੀਤੀ ਹੈ, ਉਹ ਬਹੁਤ ਵਡਮੁੱਲਾ ਹੈ, ਬਹੁਤ ਹੀ ਸਿੰਪਲ ਹੈ ਕਿ ਆਪਣੇ ਹੰਕਾਰ, ਆਪਣੀ ਈਗੋ ਨੂੰ ਪਰੇ ਸੁੱਟ ਦੇ, ਆਪਣੀ ਮੈਂ ਨੂੰ ਗੁਰੂ ਦੇ ਚਰਨਾਂ ਦੇ ਵਿੱਚ ਢੇਰੀ ਕਰ ਦੇ, ਅਤੇ ਗੁਰੂ ਦੀ ਅਕਲ ਤੇਰੇ ਸਰੀਰ ਦੇ ਵਿੱਚ ਪ੍ਰਵੇਸ਼ ਹੋ ਜਾਵੇਗੀ। ਤੂੰ ਗੁਰੂ ਦਾ ਹੀ ਰੂਪ ਬਣ ਜਾਵੇਗਾ। ਜਿਹੜੀਆਂ ਟੱਕਰਾਂ ਮਾਰਦਾ ਫੋਕੀਆਂ ਖੁਸ਼ੀਆਂ ਦੀ ਪ੍ਰਾਪਤ ਕਰਨ ਦੀ, ਉਹ ਭੁੱਲ ਹੀ ਜਾਵੇਗਾ। ਤੈਨੂੰ ਇਸ ਤਰ੍ਹਾਂ ਦੀ ਖੁਮਾਰੀ ਮਿਲ ਜਾਵੇਗੀ, ਤੂੰ ਭਾਗਾਂ ਵਾਲਾ ਬਣ ਜਾਵੇਗਾ। ਤੈਨੂੰ ਪ੍ਰਭੂ ਦੀ ਦਰਗਾਹ ਦੇ ਵਿੱਚ ਮਾਣ ਮਿਲੇਗਾ, ਤੈਨੂੰ ਦਰਜਾ ਮਿਲੇਗਾ, ਵੱਡਾ ਦਰਜਾ, ਜਿਹੜਾ ਤੈਨੂੰ ਨਾਮ ਦੇ ਨਾਲ ਪ੍ਰਾਪਤ ਹੋਇਆ। ਭਾਗਾਂ ਵਾਲਿਆ, ਤੈਂ ਪ੍ਰਾਪਤੀ ਕੀਤੀ ਹੈ। ਗੁਰੂ ਸਾਹਿਬਾਨ ਤੇਰੇ ਤੋਂ ਕੁਰਬਾਨ ਹੋਣ ਦੀ ਗੱਲ ਕਰ ਰਹੇ ਹਨ। ਤੂੰ ਹੁਣ ਇੱਕ ਦੁਨੀਆਦਾਰੀ ਵਾਲਾ ਸਧਾਰਨ ਪੁਰਸ਼ ਨਹੀਂ ਰਿਹਾ, ਤੂੰ ਸੇਵਕ ਜਨ ਬਣ ਗਿਆ, ਤੂੰ ਗੁਲਾਮ ਬਣ ਗਿਆ ਅਕਾਲ ਪੁਰਖ ਦਾ। ਗੁਰੂ ਪਿਆਰਿਓ, ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।